महा कार्टून टीवी। रेगिस्तान दी डायन। सृष्टि कई सालों तो दिल्ली दी चांदनी चौक नाम दी जगह विच रहिंदी सी। काम दे सिलसिले दे विच ओहदा बाहर आना जाना लग्या रहिंदा सी। सृष्टि दे बेबे बापू जी राजस्थान दे विच आपदे एक घर दे विच रहिंदे सी। कुड़ी नूं पढ़ा लिखा के उन्हां ने उहनूं ਉਹ ਸਭ ਕਰਨ ਦੀ ਆਜ਼ਾਦੀ ਦਿੱਤੀ ਜੋ ਕਰਨਾ ਚਾਹੁੰਦੀ ਸੀ। ਸ੍ਰਿਸ਼ਟੀ ਹੁਣ ਆਪਦੇ ਪੈਰਾਂ ਤੇ ਖੜੀ ਸੀ। ਦਿੱਲੀ ਵਿੱਚ ਉਹ ਆਪਦਾ ਬਿਜ਼ਨਸ ਸੰਭਾਲਦੀ ਸੀ, ਪਰ ਇੱਕ ਦਿਨ ਅਚਾਨਕ ਕੀ ਇਹ ਕਿਵੇਂ ਹੋ ਸਕਦਾ ਹੈ? ਮੇਰੀ ਸਵੇਰੇ ਹੀ ਤਾਂ ਬੇਬੇ ਬਾਪੂ ਜੀ ਨਾਲ ਗੱਲ ਹੋਈ ਸੀ। ਹੇ ਦੇਵੀ ਮਾਂ, ਹੁਣ ਮੈਂ ਕੀ ਕਰਾਂ? ਅਚਾਨਕ ਆਏ ਉਸ ਕਾਲ ਨਾਲ ਸ੍ਰਿਸ਼ਟੀ ਹੈਰਾਨ ਹੋ ਗਈ। ਉਹ ਕਾਲ ਰਾਜਸਥਾਨ ਤੋਂ ਸੀ ਅਤੇ ਉਹਨੂੰ ਇਹ ਦੱਸਿਆ ਗਿਆ ਸੀ ਕਿ ਅਚਾਨਕ ਹੋਏ ਹਾਦਸੇ ਦੇ ਵਿੱਚ ਉਹਦੇ ਬੇਬੇ ਬਾਪੂ ਜੀ ਦੀ ਮੌਤ ਹੋ ਗਈ ਹੈ। ਇਹ ਸੁਣ ਕੇ ਉਹਨੂੰ ਕੁਝ ਵੀ ਸਮਝ ਨਹੀਂ ਆਇਆ। ਉਹ ਨਾ ਹੀ ਸਮਝ ਪਾ ਰਹੀ ਸੀ ਕਿ ਅਚਾਨਕ ਇਹੋ ਜਿਹਾ ਕੀ ਹੋ ਗਿਆ ਕਿ ਉਸ ਦੇ ਬੇਬੇ ਬਾਪੂ ਜੀ ਦੀ ਮੌਤ ਹੋ ਗਈ। ਬਿਨਾਂ ਸਮਾਂ ਗਵਾਏ ਸ੍ਰਿਸ਼ਟੀ ਆਪਦੇ ਘਰ ਦੇ ਲਈ ਨਿਕਲ ਗਈ। ਜਿੱਥੇ ਜਾ ਕੇ ਉਹਨੇ ਅੰਤਮ ਸੰਸਕਾਰ ਦੀਆਂ ਸਾਰੀਆਂ ਵਿਧੀਆਂ ਖਤਮ ਕਰੀਆਂ। ਨੇੜੇ ਤੇੜੇ ਦੇ ਲੋਕਾਂ ਨਾਲ ਗੱਲਬਾਤ ਕਰਕੇ ਉਹਨੂੰ ਜੋ ਪਤਾ ਚੱਲਿਆ, ਉਹਨੂੰ ਸੁਣ ਕੇ ਉਹਦੇ ਪੈਰਾਂ ਥੱਲਿਓਂ ਮੰਨੂ ਧਰਤੀ ਖਿਸਕ ਗਈ। ਅਸੀਂ ਇਹ ਸੁਣਿਆ ਹੈ ਕਿ 4 ਦਿਨ ਪਹਿਲਾਂ ਤੁਹਾਡੇ ਬੇਬੇ ਬਾਪੂ ਜੀ ਕਿਸੇ ਔਰਤ ਨੂੰ ਘਰੇ ਲੈ ਕੇ ਆਏ ਸੀ। ਉਹਦੀ ਹਾਲਤ ਕੁਝ ਖਰਾਬ ਸੀ, ਜਿਸ ਨੂੰ ਦੇਖ ਕੇ ਉਹਨਾਂ ਨੇ ਉਹਦੀ ਦੇਖਭਾਲ ਕਰਨ ਦਾ ਫੈਸਲਾ ਲਿਆ। ਪਰ ਦੇਰ ਤਾਂ ਉਦੋਂ ਹੋ ਗਈ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਉਹ ਹੋਰ ਕੋਈ ਨਹੀਂ ਬਲਕਿ ਰੇਗਿਸਤਾਨ ਦੇ ਖੰਡਰ ਵਾਲੀ ਚੁੜੈਲ ਹੈ। ਖੰਡਰ ਦੀ ਡਾਇਨ? ਹਾਂ, ਕਈ ਸਾਲਾਂ ਤੋਂ ਇਹ ਮੰਨਿਆ ਜਾਂਦਾ ਹੈ ਕਿ ਰੇਗਿਸਤਾਨ ਦੇ ਵਿੱਚੋਂ ਵਿੱਚ ਇੱਕ ਡਾਇਨ ਦਾ ਖੰਡਰ ਹੈ ਅਤੇ ਕਿਸੇ ਵੀ ਬੰਦੇ ਦੀ ਖੁਸ਼ਬੂ ਉਹਨੂੰ ਉਹਦੇ ਕੋਲ ਖਿੱਚ ਲਿਆਉਂਦੀ ਹੈ। ਜੇ ਉਹਨੂੰ ਕਿਸੇ ਇਨਸਾਨ ਦੀ ਖੁਸ਼ਬੂ ਪਸੰਦ ਆ ਗਈ ਤਾਂ ਉਹ ਉਹਨੂੰ ਜਿਉਂਦਾ ਨਹੀਂ ਛੱਡਦੀ। ਸ਼ਾਇਦ ਇਹੀ ਤੁਹਾਡੇ ਬੇਬੇ ਬਾਪੂ ਜੀ ਦੇ ਨਾਲ ਹੋਇਆ ਹੋਊਗਾ। ਪਰ ਜੇ ਇਹ ਗੱਲ ਹੈ ਤਾਂ ਉਹ ਉੱਥੇ ਜਾਂਗੇ ਕਿਉਂ? ਇਹ ਤਾਂ ਮੈਨੂੰ ਵੀ ਸਮਝ ਨਹੀਂ ਆ ਰਿਹਾ। ਸ੍ਰਿਸ਼ਟੀ ਨੂੰ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਹੋਇਆ। ਉਹ ਘਰੇ ਵਾਪਸ ਚਲੀ ਗਈ ਅਤੇ ਕਈ ਮਹੀਨਿਆਂ ਤੱਕ ਉਹ ਇਸ ਦੇ ਬਾਰੇ ਸੋਚਦੀ ਰਹੀ ਅਤੇ ਜਾਂਚ ਪੜਤਾਲ ਕਰਦੀ ਰਹੀ, ਪਰ ਉਹਨੂੰ ਕੋਈ ਵੀ ਸਬੂਤ ਨਹੀਂ ਮਿਲਿਆ। ਕੁਝ ਹੀ ਦਿਨਾਂ ਵਿੱਚ ਨਵਰਾਤਰੇ ਸ਼ੁਰੂ ਹੋਣ ਵਾਲੇ ਸੀ। ਇਸ ਦਾ ਧਿਆਨ ਆਉਂਦੇ ਹੀ ਸ੍ਰਿਸ਼ਟੀ ਨੇ ਸੋਚਿਆ, ਓਏ ਨਵਰਾਤਰੇ ਵੀ ਸ਼ੁਰੂ ਹੋਣ ਵਾਲੇ ਨੇ। ਇੰਨਾ ਕੰਮਾਂ ਦੇ ਵਿੱਚ ਮੈਂ ਇੰਨਾ ਜ਼ਿਆਦਾ ਉਲਝ ਗਈ ਕਿ ਮੈਨੂੰ ਯਾਦ ਹੀ ਨਹੀਂ ਰਿਹਾ। ਪਰ ਬਿਨਾਂ ਬੇਬੇ ਬਾਪੂ ਜੀ ਦੇ ਮੈਂ ਕਿਵੇਂ ਇਹ 9 ਦਿਨ ਖੁਸ਼ੀ ਗੁਜ਼ਾਰਾਂਗੀ? ਨਵਰਾਤਰੇ ਤਾਂ ਉਹਨਾਂ ਦੇ ਮਨ ਪਸੰਦੀਦਾ ਤਿਉਹਾਰ ਸੀ। ਓ ਪੁੱਤ, ਜਲਦੀ ਆਰਤੀ ਦੀ ਥਾਲੀ ਲਿਆ, ਪੂਜਾ 'ਚ ਦੇਰ ਹੋ ਰਹੀ ਹੈ। ਲਾਈ ਬੇਬੇ। ਐਲੋ ਬੇਬੇ, ਜਿਵੇਂ ਤੁਸੀਂ ਕਹਿਆ ਸੀ ਬਿਲਕੁਲ ਉਵੇਂ ਹੀ ਥਾਲੀ ਸਜਾ ਕੇ ਲਾਈ ਹਾਂ। ਓ ਵਾਹ ਜੀ ਵਾਹ, ਥਾਲੀ ਤਾਂ ਬਹੁਤ ਸੋਹਣੀ ਹੈ। ਚੱਲ ਹੁਣ ਜਲਦੀ ਸ਼ੁਰੂ ਕਰ ਲੈਨੇ ਆ ਪੂਜਾ। ਲੈ ਹੁਣ ਆਰਤੀ ਕਰ ਲੈ। ਹਾਂਜੀ ਬੇਬੇ। ਆ ਆ ਆ ਓਹੋ, ਕੀ ਕਰਦੀ ਏ ਸ੍ਰਿਸ਼ਟੀ? ਬੇਬੇ ਬਾਪੂ ਜੀ, ਮੈਨੂੰ ਤੁਹਾਡੀ ਬਹੁਤ ਯਾਦ ਆ ਰਹੀ ਹੈ। ਭਰੇ ਹੋਏ ਦਿਲ ਦੇ ਨਾਲ ਸ੍ਰਿਸ਼ਟੀ ਨੇ ਨਵਰਾਤਰਿਆਂ ਦੀ ਪੂਜਾ ਦੀ ਤਿਆਰੀ ਸ਼ੁਰੂ ਕਰ ਦਿੱਤੀ। ਮੰਨਿਆ ਕਿ ਉਹ ਨਵਰਾਤਰੇ ਬਿਲਕੁਲ ਸਾਦਗੀ ਦੇ ਨਾਲ ਰੱਖ ਰਹੀ ਸੀ। ਦੂਜੇ ਪਾਸੇ ਸ੍ਰਿਸ਼ਟੀ ਹਲੇ ਵੀ ਆਪਦੇ ਬੇਬੇ ਬਾਪੂ ਜੀ ਦੇ ਕਾਤਲ ਦਾ ਪਤਾ ਲਗਾਉਣ ਦੇ ਵਿੱਚ ਲੱਗੀ ਹੋਈ ਸੀ। ਨਵਰਾਤਰਿਆਂ ਦੇ 2 ਦਿਨ ਲੰਘ ਗਏ ਸੀ। ਸ੍ਰਿਸ਼ਟੀ ਹਲੇ ਵੀ ਬਹੁਤ ਉਦਾਸ ਸੀ। ਉਹਨੂੰ ਸਭ ਕੁਝ ਉਲਝਿਆ ਹੋਇਆ ਲੱਗ ਰਿਹਾ ਸੀ। ਉਦੋਂ ਹੀ ਉਹਨੂੰ ਇਹ ਗੱਲ ਸੁੱਝੀ, ਕਿਉਂ ਨਾ ਰੇਗਿਸਤਾਨ ਵਾਲੀ ਜਗ੍ਹਾ ਤੇ ਜਾ ਕੇ ਦੇਖਾਂ? ਕੀ ਪਤਾ ਮੈਨੂੰ ਉੱਥੇ ਕੁਝ ਪਤਾ ਚੱਲ ਜਾਵੇ। ਇਹ ਸੋਚ ਕੇ ਸ੍ਰਿਸ਼ਟੀ ਉੱਥੋਂ ਜਾਣ ਲੱਗੀ। ਉਦੋਂ ਹੀ ਮੰਦਿਰ ਵਿੱਚ ਰੱਖਿਆ ਹੋਇਆ ਦੀਵਾ ਬੁਝਣ ਲੱਗਿਆ। ਓਏ ਇਹ ਕੀ? ਇਹ ਦੀਵਾ ਤਾਂ ਬੁਝ ਹੀ ਜਾਂਦਾ। ਸ੍ਰਿਸ਼ਟੀ ਉੱਥੋਂ ਜਾਣ ਲੱਗੀ ਤੇ ਉਦੋਂ ਹੀ
ਮਾਂ ਦੁਰਗਾ ਦੇ ਹੱਥ ਵਿੱਚ ਰੱਖਿਆ ਹੋਇਆ ਛੋਟਾ ਤਰਸ਼ੂਲ ਇੱਕਦਮ ਉਹਦੇ ਪਰਸ ਦੇ ਵਿੱਚ ਡਿੱਗ ਗਿਆ। ਇਸ ਗੱਲ ਤੋਂ ਅਣਜਾਣ ਸ੍ਰਿਸ਼ਟੀ ਉੱਥੋਂ ਚਲੀ ਗਈ। ਰਾਤ ਬਹੁਤ ਹੋ ਗਈ ਸੀ। ਆਪਦੀ ਗੱਡੀ ਦੀ ਰੋਸ਼ਨੀ ਦੀ ਮਦਦ ਦੇ ਨਾਲ ਹੀ ਉਹ ਅੱਗੇ ਦਾ ਰਸਤਾ ਦੇਖ ਪਾ ਰਹੀ ਸੀ। ਕਾਫੀ ਦੇਰ ਤੱਕ ਗੱਡੀ ਚਲਾਉਣ ਤੋਂ ਬਾਅਦ ਸ੍ਰਿਸ਼ਟੀ ਉਸ ਰੇਗਿਸਤਾਨ ਦੇ ਵਿੱਚ ਪਹੁੰਚ ਗਈ। ਗੱਡੀ 'ਚੋਂ ਉਤਰਨ ਤੋਂ ਬਾਅਦ ਉਹਨੇ ਨੇੜੇ ਤੇੜੇ ਦੇਖਣ ਦੀ ਕੋਸ਼ਿਸ਼ ਕੀਤੀ। ਓਏ ਇੱਥੇ ਤਾਂ ਦੂਰ ਦੂਰ ਤੱਕ ਕੋਈ ਵੀ ਨਹੀਂ ਦਿਖ ਰਿਹਾ। ਇੱਕ ਕੰਮ ਕਰਦੀ ਹਾਂ, ਥੋੜਾ ਹੋਰ ਅੱਗੇ ਜਾ ਕੇ ਦੇਖਦੀ ਹਾਂ। ਸ੍ਰਿਸ਼ਟੀ ਅੱਗੇ ਵਧਣ ਲੱਗੀ, ਪਰ ਸਿਰਫ ਰੇਤ ਤੋਂ ਇਲਾਵਾ ਉਹਨੂੰ ਕੁਝ ਵੀ ਨਹੀਂ ਦਿਖ ਰਿਹਾ ਸੀ। ਤੇ ਉਦੋਂ ਹੀ ਉਹਨੂੰ ਇਹ ਅਹਿਸਾਸ ਹੋਇਆ ਕਿ ਕੋਈ ਉਹਦੇ ਪਿੱਛੇ ਦੀ ਲੰਘਿਆ ਹੈ। ਹਾਂ, ਇੱਥੇ ਤਾਂ ਕੋਈ ਵੀ ਨਹੀਂ ਹੈ। ਸ੍ਰਿਸ਼ਟੀ ਫੇਰ ਅੱਗੇ ਵਧਣ ਲੱਗੀ। ਚੱਲਦੇ ਚੱਲਦੇ ਉਹਨੂੰ ਕਿਸੇ ਦੇ ਰੋਣ ਦੀ ਆਵਾਜ਼ ਆਉਣ ਲੱਗੀ, ਜਿਹਨੂੰ ਸੁਣ ਕੇ ਉਹ ਡਰ ਗਈ। ਹੈਲੋ, ਕੀ ਕੋਈ ਹੈ ਇੱਥੇ? ਜੇ ਇੱਥੇ ਕੋਈ ਹੈ ਤਾਂ ਮੇਰੇ ਸਾਹਮਣੇ ਆਓ। ਕੀ ਪਤਾ ਮੈਂ ਤੁਹਾਡੀ ਮਦਦ ਕਰ ਸਕਾਂ। ਸ੍ਰਿਸ਼ਟੀ ਦੇ ਕਾਫੀ ਵਾਰ ਕਹਿਣ ਤੇ ਵੀ ਕੋਈ ਆਵਾਜ਼ ਨਹੀਂ ਆਈ ਤੇ ਉਦੋਂ ਹੀ ਕਿਸੇ ਨੇ ਪਿੱਛੇ ਉਹਦੇ ਤੇ ਹਮਲਾ ਕਰ ਦਿੱਤਾ ਅਤੇ ਉਹ ਉੱਥੇ ਹੀ ਬੇਹੋਸ਼ ਹੋ ਗਈ। ਜਦੋਂ ਉਹਦੀ ਅੱਖ ਖੁੱਲੀ ਤਾਂ ਉਹਨੇ ਖੁਦ ਨੂੰ ਬੜੇ ਹੀ ਡਰਾਵਨੇ ਖੰਡਰ ਦੇ ਵਿੱਚ ਪਾਇਆ। ਹਾਂ, ਇਹ ਮੈਂ ਕਿੱਥੇ ਹਾਂ ਅਤੇ ਮੇਰੇ ਸਿਰ ਵਿੱਚ ਇੰਨਾ ਦਰਦ ਕਿਉਂ ਹੋ ਰਿਹਾ ਹੈ? ਟਾਈਮ ਕਿੰਨਾ ਹੋ ਰਿਹਾ ਹੈ? ਸ੍ਰਿਸ਼ਟੀ ਨੇ ਜਿਵੇਂ ਹੀ ਆਪਦੀ ਘੜੀ ਦੇਖੀ ਤਾਂ ਉਹਦਾ ਸਮਾਂ ਅਤੇ ਦਿਨ ਦੇਖ ਕੇ ਉਹ ਬਹੁਤ ਹੈਰਾਨ ਹੋ ਗਈ। ਕੀ ਅੱਜ 28 ਤਾਰੀਖ ਹੈ? ਪਰ ਮੈਂ ਤਾਂ 23 ਤਾਰੀਖ ਨੂੰ ਘਰੋਂ ਨਿਕਲੀ ਸੀ। ਮਤਲਬ ਕਿ ਮੈਂ ਪਿਛਲੇ 5 ਦਿਨਾਂ ਤੋਂ ਇੱਥੇ ਹੀ ਹਾਂ। ਇਹ ਕਿਵੇਂ ਹੋ ਸਕਦਾ ਹੈ? ਇਸ ਦਾ ਮਤਲਬ ਕਿਸੇ ਨੂੰ ਮੈਨੂੰ ਆਪਦੇ ਗਲਤ ਮਕਸਦ ਕਰਕੇ ਇੱਥੇ ਰੱਖਿਆ ਹੋਇਆ ਹੈ। ਪਰ ਉਹ ਹੋ ਕੌਣ ਸਕਦਾ ਹੈ? ਸ੍ਰਿਸ਼ਟੀ ਆਪਦੀ ਇਸ ਪਰੇਸ਼ਾਨੀ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਹੀ ਰਹੀ ਸੀ ਕਿ ਅਚਾਨਕ ਉਹਨੂੰ ਉਸ ਖੰਡਰ ਦੇ ਵਿੱਚੋਂ ਭਿਆਨਕ ਆਵਾਜ਼ਾਂ ਆਉਣ ਲੱਗੀਆਂ। ਜਿਸ ਨੂੰ ਸੁਣ ਕੇ ਉਹ ਘਬਰਾ ਗਈ। ਕੌਣ ਹੈ? ਜਿਹੜਾ ਵੀ ਹੈ ਮੇਰੇ ਸਾਹਮਣੇ ਆਓ। ਆਖਰਕਾਰ ਤੂੰ ਇੱਥੇ ਤੱਕ ਆ ਹੀ ਗਏ। ਹਾਂ, ਮੈਨੂੰ ਪਤਾ ਸੀ ਕਿ ਤੇਰੇ ਬੇਬੇ ਬਾਪੂ ਦੇ ਮਰਨ ਤੋਂ ਬਾਅਦ ਤੂੰ ਇੱਥੇ ਤੱਕ ਜ਼ਰੂਰ ਆਏਂਗੀ। ਮੇਰੇ ਬੇਬੇ ਬਾਪੂ ਜੀ ਦੇ ਬਾਰੇ ਚ ਤੈਨੂੰ ਪਤਾ ਹੈ? ਮੇਰੇ ਸਾਹਮਣੇ ਆਓ। ਸ੍ਰਿਸ਼ਟੀ ਦੇ ਬੋਲਦੇ ਹੀ ਕਾਲੇ ਧੂਏ ਦੇ ਨਾਲ ਇੱਕ ਭਿਆਨਕ ਡਾਇਨ ਉਹਦੇ ਸਾਹਮਣੇ ਆਈ, ਜਿਹਨੂੰ ਦੇਖ ਕੇ ਸ੍ਰਿਸ਼ਟੀ ਦੀ ਹਾਲਤ ਬਹੁਤ ਖਰਾਬ ਹੋ ਗਈ। ਉਹਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਉਹ ਕੀ ਕਰੇ। ਕੌਣ ਹੈ ਤੂੰ ਅਤੇ ਮੈਨੂੰ ਕਿਵੇਂ ਜਾਣਦੀ ਹੈ? ਮੈਂ ਉਹੀ ਡਾਇਨ ਹਾਂ ਜਿਸ ਦੀ ਤਲਾਸ਼ ਤੂੰ ਕਰ ਰਹੀ ਹੈ। ਤੂੰ ਮੇਰੇ ਬੇਬੇ ਬਾਪੂ ਜੀ ਦੇ ਨਾਲ ਇਹੋ ਜਿਹਾ ਕਿਉਂ ਕੀਤਾ? ਕਿਉਂਕਿ ਤੂੰ ਹੀ ਹੈ ਜਿਹੜੀ ਮੈਨੂੰ ਮਾਰ ਸਕਦੀ ਹੈ। ਤੇਰੇ ਬੇਬੇ ਬਾਪੂ ਨੇ ਤੈਨੂੰ ਇੱਥੋਂ ਦੂਰ ਭੇਜ ਕੇ ਤੈਨੂੰ ਬਚਾ ਤਾਂ ਲਿਆ, ਪਰ ਉਹ ਕਦੋਂ ਤੱਕ ਬਚਾਉਂਦੇ? ਮੈਨੂੰ ਤੈਨੂੰ ਮਾਰ ਕੇ ਆਪਣੀ ਆਜ਼ਾਦੀ ਵਾਪਸ ਚਾਹੀਦੀ ਹੈ ਅਤੇ ਉਹ ਅੱਜ ਮੈਂ ਪਾ ਕੇ ਰਹੂੰਗੀ। ਪਰ ਮੈਂ ਤੇਰਾ ਕੀ ਵਿਗਾੜਿਆ ਹੈ? ਮੈਂ ਇੱਕ ਆਮ ਜਿਹੀ ਕੁੜੀ ਆ ਅਤੇ ਮੈਂ ਕਿਸੇ ਦਾ ਕੀ ਵਿਗਾੜ ਸਕਦੀ ਆ? ਹੁਣੇ ਦੇਖ ਲੈਨੇ ਆ।
ਇਹ ਕਹਿ ਕੇ ਚੁੜੈਲ ਨੇ ਆਪਣੀਆਂ ਸ਼ਕਤੀਆਂ ਦੇ ਨਾਲ ਸ੍ਰਿਸ਼ਟੀ ਨੂੰ ਦੂਰ ਸੁੱਟ ਦਿੱਤਾ। ਖੁਦ ਨੂੰ ਬਚਾਉਣ ਦੇ ਲਈ ਸ੍ਰਿਸ਼ਟੀ ਨੇ ਨੇੜੇ ਪਏ ਬੈਗ ਨੂੰ ਚੁੜੈਲ ਵੱਲ ਸੁੱਟਿਆ। ਜਿਸ ਵਕਤ ਸ੍ਰਿਸ਼ਟੀ ਬੈਗ ਸੁੱਟ ਰਹੀ ਸੀ, ਉਸੇ ਸਮੇਂ ਮਾਂ ਦੁਰਗਾ ਦਾ ਤ੍ਰਿਸ਼ੂਲ ਉਹਦੇ ਕੋਲ ਗਿਰ ਗਿਆ, ਜਿਹਨੂੰ ਦੇਖ ਕੇ ਸ੍ਰਿਸ਼ਟੀ ਬਹੁਤ ਖੁਸ਼ ਹੋਈ ਅਤੇ ਉਹਨੇ ਉਸ ਤ੍ਰਿਸ਼ੂਲ ਨੂੰ ਆਪਦੇ ਹੱਥ ਵਿੱਚ ਚੱਕ ਲਿਆ। ਇੰਨੇ ਵਿੱਚ ਹੀ ਉਹ ਚੁੜੈਲ ਉਹਦੇ ਕੋਲ ਉੜਦੀ ਹੋਈ ਆਈ ਅਤੇ ਸ੍ਰਿਸ਼ਟੀ ਤੇ ਹਮਲਾ ਕਰਨ ਲੱਗੀ। ਖੁਦ ਨੂੰ ਬਚਾਉਣ ਦੇ ਲਈ ਸ੍ਰਿਸ਼ਟੀ ਨੇ ਮਾਂ ਦੁਰਗਾ ਦੇ ਤ੍ਰਿਸ਼ੂਲ ਨਾਲ ਉਹਦੇ ਢਿੱਡ ਵਿੱਚ ਹਮਲਾ ਕਰ ਦਿੱਤਾ। ਉਸੇ ਸਮੇਂ ਚੁੜੈਲ ਦੀਆਂ ਸ਼ਕਤੀਆਂ ਖਤਮ ਹੋਣ ਲੱਗੀਆਂ। ਚੁੜੈਲ ਦਰਦ ਨਾਲ ਚੀਕਣ ਲੱਗੀ ਅਤੇ ਧਰਤੀ ਤੇ ਡਿੱਗ ਗਈ। ਜਿਵੇਂ ਹੀ ਉਹ ਧਰਤੀ ਤੇ ਡਿੱਗੀ, ਉਹਨੂੰ ਸ੍ਰਿਸ਼ਟੀ ਦੇ ਵਿੱਚ ਮਾਂ ਦੁਰਗਾ ਦੇ 9 ਅਵਤਾਰ ਦਿਖਣ ਲੱਗੇ। ਇਹ ਨਹੀਂ ਹੋ ਸਕਦਾ। ਮਤਲਬ ਜੋ ਪਿੰਡ ਵਾਲੇ ਕਹਿੰਦੇ ਸੀ ਉਹ ਗੱਲ ਸੱਚ ਸੀ। ਮੈਂ ਇਹ ਕੀ ਕਰ ਦਿੱਤਾ? तू की बोल रही है? की नहीं हो सकता? ਕੀ हाँ हाँ बोल बोल, की नहीं हो सकता? ਕੀ ਤੂੰ ਚੁੜੈਲ ਸ੍ਰਿਸ਼ਟੀ ਨੂੰ ਬਿਨਾਂ ਕੋਈ ਜਵਾਬ ਦਿੱਤੇ ਮਰ ਗਈ। ਸ੍ਰਿਸ਼ਟੀ ਨੂੰ ਹੁਣ ਕਦੇ ਵੀ ਪਤਾ ਨਹੀਂ ਚੱਲ ਪਾਊਗਾ ਕਿ ਉਹ ਖੁਦ ਇੱਕ ਮਾਂ ਦੁਰਗਾ ਦਾ ਅਵਤਾਰ ਹੈ, ਜੋ ਸਿਰਫ ਉਸ ਡਾਇਨ ਨੂੰ ਮਾਰਨ ਦੇ ਲਈ ਪੈਦਾ ਹੋਈ ਸੀ। ਇਸ ਲਈ ਉਹਦੇ ਬੇਬੇ ਬਾਪੂ ਜੀ ਨੇ ਕਦੇ ਵੀ ਸ੍ਰਿਸ਼ਟੀ ਨੂੰ ਆਪਦੇ ਕੋਲ ਨਹੀਂ ਰੱਖਿਆ ਸੀ। ਉਹ ਜਾਣਦੇ ਸੀ ਕਿ ਸ੍ਰਿਸ਼ਟੀ ਕੋਈ ਮਾਮੂਲੀ ਕੁੜੀ ਨਹੀਂ ਹੈ ਤੇ ਕੁੜੀ ਦੇ ਮੋਹ ਤੋਂ ਬਚਣ ਦੇ ਲਈ ਉਹਨਾਂ ਨੇ ਉਹਨੂੰ ਬਾਹਰ ਰੱਖਣਾ ਹੀ ਸਹੀ ਸਮਝਿਆ। ਸ੍ਰਿਸ਼ਟੀ ਨੂੰ ਹੁਣ ਕਦੇ ਵੀ ਜਵਾਬ ਨਹੀਂ ਮਿਲੂਗਾ। ਉਹ ਆਪਦੇ ਘਰੇ ਵਾਪਸ ਚਲੀ ਗਈ ਤੇ ਨਵਰਾਤਰੇ ਦੇ ਆਖਰੀ ਦਿਨ ਉਹਨੇ ਮਾਂ ਦੁਰਗਾ ਨੂੰ ਖੁਸ਼ੀ-ਖੁਸ਼ੀ ਵਿਦਾ ਕਰ ਦਿੱਤਾ। ਆਪਦੇ ਸਵਾਲਾਂ ਦਾ ਅੱਧਾ ਅਧੂਰਾ ਜਵਾਬ ਲੈ ਕੇ ਸ੍ਰਿਸ਼ਟੀ ਦਿੱਲੀ ਵਾਪਸ ਚਲੀ ਗਈ ਅਤੇ ਫਿਰ ਆਪਦੇ ਕੰਮ ਦੇ ਨਾਲ ਇੱਕ ਨਵੀਂ ਸ਼ੁਰੂਆਤ ਕਰਨ ਲੱਗੀ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਸਾਡੇ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।